ਹੈਲੋ ਸਟੂਡੈਂਟਸ। ਹਾਂਜੀ ਬੇਟਾ, ਅੱਗੇ ਆਪਾਂ ਗੱਲ ਕਰਦੇ ਹਾਂ ਕਿ ਉਹ ਕਿਸ ਤਰ੍ਹਾਂ ਦੀ ਜਿਹੜੀ ਉਹਨਾਂ ਨੇ ਡਿਮਾਂਡ ਰੱਖੀ ਸੀ, ਉਸ ਦਾ ਮਤਲਬ ਕੀ ਸੀ। ਠੀਕ ਹੈ, ਕੀ ਪ੍ਰੋਬਲਮਸ ਉਹਨਾਂ ਨੂੰ ਸੀ, ਕਿਸ ਚੀਜ਼ ਦੀ ਉਹਨਾਂ ਨੂੰ ਆਜ਼ਾਦੀ ਚਾਹੀਦੀ, ਕਿੱਦਾਂ ਦੀਆਂ ਮੈਜ਼ਰਮੈਂਟਸ ਚਾਹੀਦੀਆਂ ਸੀ। ਠੀਕ ਹੈ, ਤਾਂ ਕੀ ਸੀ ਰਾਜੇ ਕਿ ਨੈਪੋਲੀਅਨ ਦੇ ਐਡਮਿਨਿਸਟ੍ਰੇਟਿਵ ਸਿਸਟਮ ਦੇ ਵਿੱਚ ਜਿਹੜੀਆਂ ਮੈਜ਼ਰਸ ਸੀ, ਠੀਕ ਹੈ, that had created countless small principalities। ਠੀਕ ਹੈ, ਜਿਹਦੇ ਵਿੱਚ 39 ਪ੍ਰਿੰਸਲੀ ਸਟੇਟਸ ਸੀ ਜਿਹੜੇ ਪ੍ਰਿੰਸਿਸ ਦੇ ਅੰਡਰ ਕੰਟਰੋਲ ਦੇ ਵਿੱਚ ਸੀ। ਠੀਕ ਹੈ, ਇਹਨਾਂ ਸਾਰੀਆਂ ਸਟੇਟਸ ਦੇ ਵਿੱਚ ਡਿਫਰੈਂਟ ਉਹਨਾਂ ਦੇ ਕਰੰਸੀ ਸੀ, ਡਿਫਰੈਂਟ ਮੈਜ਼ਰਮੈਂਟਸ ਦੇ ਯੂਨਿਟ ਸੀ। ਕਸਟਮ ਡਿਊਟੀ ਜਿਹੜੀ ਹੈ ਉਹ ਵੀ ਅਲੱਗ-ਅਲੱਗ ਸੀ, ਕਿਤੇ 5% ਸੀ, ਕਿਤੇ 5 ਤੋਂ ਵੱਧ ਹੋ ਸਕਦੀ ਹੈ। 11% ਤੱਕ ਜਿਹੜੀ ਹੈ ਕਸਟਮ ਡਿਊਟੀ ਸੀ। ਕਸਟਮ ਡਿਊਟੀ ਦਾ ਮਤਲਬ ਹੁੰਦਾ ਕਿ ਜਿਹੜੇ ਟੈਕਸਿਸ ਵਗੈਰਾ ਜਿਹੜੀਆਂ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਲਿਜਾਣ ਵਾਲੀਆਂ ਵਸਤੂਆਂ 'ਤੇ ਲਗਾਏ ਜਾਂਦੇ ਆ। ਠੀਕ ਹੈ, ਉਹ ਵੀ ਅਲੱਗ-ਅਲੱਗ ਸੀ। ਹਰ ਇੱਕ ਜਿਹੜੇ ਪ੍ਰਿੰਸਲੀ ਸਟੇਟ ਸੀ ਉਹਨਾਂ ਦੀ ਆਪਣੀ ਮਰਜ਼ੀ ਸੀ। ਤਾਂ ਇੰਨੀ ਜਿਹੜੀ ਮੈਜ਼ਰਮੈਂਟ ਦਾ ਕੀ ਮਤਲਬ ਹੈ ਕਿ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕਲੋਥ ਵਾਜ਼ ਮੈਜ਼ਰਡ ਇਨ ਐਲੀ। ਐਲੀ ਕੀ ਹੈ? ਇੱਕ ਯੂਨਿਟ ਹੈ ਕਲੋਥ ਨੂੰ ਮੈਜ਼ਰ ਕਰਨ ਦੀ। ਠੀਕ ਹੈ, ਇਹ ਐਲੀ ਜੋ ਹੈ ਬੇਟਾ ਮਤਲਬ ਕਿਤੇ ਤਾਂ ਇਹ ਕੀ ਹੈ, ਜਿਵੇਂ 1 ਮੀਟਰ ਆਪਣਾ ਅੱਜ ਕੱਲ੍ਹ ਆਪਣੇ ਜਿਹੜਾ ਯੂਨਿਟ ਚੱਲਦਾ। ਠੀਕ ਹੈ, 1 ਮੀਟਰ ਇਜ਼ ਇਕੁਅਲ ਟੂ 100 ਸੈਂਟੀਮੀਟਰ। ਲੇਕਿਨ ਉੱਥੇ ਕੀ ਸੀ, ਕਿਤੇ ਤਾਂ ਇਹ 1 ਮੀਟਰ 100 ਸੈਂਟੀਮੀਟਰ ਦੇ ਮਤਲਬ ਇਕੁਅਲ ਹੈ। ਜਿਵੇਂ ਫਰੈਂਕਫਰਟ ਦੇ ਵਿੱਚ ਉਹ 50 ਸੈਂਟੀਮੀਟਰ ਦਾ ਹੋ ਸਕਦਾ। ਠੀਕ ਹੈ, ਮਤਲਬ ਅਲੱਗ-ਅਲੱਗ ਉਹਨਾਂ ਦੀਆਂ ਮੈਜ਼ਰਮੈਂਟ ਸੀ। ਇਸੇ ਤਰ੍ਹਾਂ ਵੇਟ ਦੀ ਯੂਨਿਟ ਸੀ ਉਹਨਾਂ ਦੀ, ਕਿਸੇ ਕੋਈ 1 ਕਿਲੋ ਕਿਸੇ ਲਈ ਕਿੰਨੇ ਦਾ ਸੀ, 1 ਕਿਲੋ ਕਿਸੇ ਲਈ ਕਿੰਨੇ ਦਾ ਸੀ। ਠੀਕ ਹੈ, ਤਾਂ ਇਸ ਤਰ੍ਹਾਂ ਜਿਹੜੀਆਂ ਇਹ ਮੈਜ਼ਰਮੈਂਟਸ ਨੇ ਅਲੱਗ-ਅਲੱਗ ਹੋਣ ਕਰਕੇ ਜਿਹੜੇ ਟਰੇਡਰ ਲੋਕ ਸੀ ਤਾਂ ਉਹਨਾਂ ਨੂੰ ਰਾਜੇ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਸੀ। ਲੋਟ ਆਫ ਟਾਈਮ ਵਾਜ਼ ਵੇਸਟਡ ਔਨ ਕੈਲਕੂਲੇਟਿੰਗ ਡਿਊਟੀ। ਜਿਹੜੀਆਂ ਮਤਲਬ ਉਹਨਾਂ ਦੀ ਟੈਕਸ ਵਗੈਰਾ ਸੀ ਉਹ ਵੀ ਅਲੱਗ-ਅਲੱਗ ਲਗਾਈ ਜਾਂਦੀ ਸੀ, ਤਾਂ ਹਰ ਥਾਂ 'ਤੇ ਉਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਕਾਊਂਟ ਕੀਤਾ ਜਾਂਦਾ ਸੀ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਸੀ, ਬਹੁਤ ਜ਼ਿਆਦਾ ਟਾਈਮ ਕੰਜ਼ਿਊਮ ਹੁੰਦਾ ਸੀ। ਜਿਵੇਂ ਇੱਕ ਜਿਹੜਾ ਟਰੇਡਰ ਹੈ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਾਣ ਦੇ ਵਿੱਚ ਉਹਨੂੰ ਕਈ ਕਸਟਮ ਡਿਊਟੀਜ਼ ਜਿਹੜੀਆਂ ਨੇ ਪੇ ਕਰਨੀਆਂ ਪੈਂਦੀਆਂ ਸੀ। ਤਾਂ ਇਸ ਤਰ੍ਹਾਂ ਉਸਨੂੰ ਬਹੁਤ ਵੱਡੀ ਅਮਾਊਂਟ ਵੀ ਦੇਣੀ ਪੈਂਦੀ ਸੀ, ਉੱਤੋਂ ਉਸਦਾ ਟਾਈਮ ਵੀ ਬਹੁਤ ਜ਼ਿਆਦਾ ਕੰਜ਼ਿਊਮ ਹੁੰਦਾ ਸੀ। ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਉਹਨਾਂ ਨੇ ਡਿਮਾਂਡ ਰੱਖੀ ਸੀ ਕਿ ਯੂਨੀਫਾਈਡ ਇਕਨੋਮਿਕ ਟੈਰੀਟਰੀ ਹੋਣੀ ਚਾਹੀਦੀ ਹੈ। ਇਹ ਸਾਰਾ ਜਿਹੜਾ ਸਿਸਟਮ ਹੈ ਉਹ ਯੂਨੀਫਾਈਡ ਹੋਣਾ ਚਾਹੀਦਾ, ਇੱਕੋ ਜਿਹਾ ਮੈਜ਼ਰਮੈਂਟ ਦਾ ਸਿਸਟਮ ਹੋਣਾ ਚਾਹੀਦਾ। ਇਨ 1834 ਦੇ ਵਿੱਚ ਇਹਨਾਂ ਨੇ ਇੱਕ ਜਿਹੜਾ ਹੈਗਾ ਯੋਲਵੇਰਿਨ ਦੈਟ ਵਾਜ਼ ਫਾਰਮਡ ਐਟ ਇਨੀਸ਼ੀਏਟਿਵ ਆਫ ਪ੍ਰੂਸ਼ੀਆ ਐਂਡ ਸਮ ਜਰਮਨ ਰੀਜਨਸ। ਇਹ ਇੱਕ ਰਾਜੇ ਕਸਟਮਸ ਯੂਨੀਅਨ ਸੀ ਯੋਲਵੇਰਿਨ, ਜਿਹੜੀ ਕਿ 1834 ਦੇ ਵਿੱਚ ਬਣੀ ਸੀ। ਠੀਕ ਹੈ, ਦਾ ਯੂਨੀਅਨ ਜਿਹੜੀ ਸੀ ਇਸ ਦਾ ਕੰਮ ਕੀ ਸੀ, ਅਬੋਲਿਸ਼ਡ ਟੈਰਿਫ ਬੈਰੀਅਰਸ ਐਂਡ ਰਿਡਿਊਸ ਦ ਨੰਬਰ ਆਫ ਕਰੰਸੀਜ਼ ਫਰੋਮ ਓਵਰ 30 to 2। ਤਾਂ ਇਸ ਯੂਨਿਟ ਨੇ ਸਾਰੇ ਕੰਮ ਕੀਤੇ ਸੀ। ਜਿਹੜੀ ਜਿਵੇਂ ਕਰੰਸੀ ਅਲੱਗ-ਅਲੱਗ ਸੀ, ਪਹਿਲਾਂ ਜਿਹੜੀ ਹੈ 30 ਮਤਲਬ ਕਰੰਸੀਜ਼ ਅਲੱਗ-ਅਲੱਗ ਤਰ੍ਹਾਂ ਦੀਆਂ 30 ਪ੍ਰਕਾਰ ਦੀ ਉਹਨਾਂ ਕੋਲ ਕਰੰਸੀ ਸੀ, ਲੇਕਿਨ ਹੁਣ ਉਹਨਾਂ ਨੇ ਉਹ ਸਾਰੀ ਖ਼ਤਮ ਕਰਕੇ ਉਸਨੂੰ ਸਿਰਫ 2 ਪ੍ਰਕਾਰ ਦੀ ਜਿਹੜੀ ਉੱਥੇ ਕਰੰਸੀ ਹੈ ਉਹ ਰਹਿ ਗਈ ਸੀ। ਠੀਕ ਹੈ, ਦੂਸਰਾ ਇਹਨਾਂ ਨੇ ਕਿਸ ਤਰ੍ਹਾਂ ਦਾ ਰੇਲਵੇ ਨੈਟਵਰਕ ਜਿਹੜਾ ਹੈਗਾ ਉਹ ਵੀ ਚਲਾਇਆ। ਠੀਕ ਹੈ, ਜਿਹਦੇ ਕਰਕੇ ਜਿਹੜੀਆਂ ਵਸਤੂਆਂ ਨੇ ਉਹਨਾਂ ਨੂੰ ਮਤਲਬ ਫਾਸਟ ਵੇ ਨਾਲ ਉਹਨਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਲਿਜਾਇਆ ਜਾ ਸਕੇ। ਠੀਕ ਹੈ, ਤਾਂ ਇਹ ਇਹਨਾਂ ਦੇ ਕੀਤੇ ਹੋਏ ਕੁਝ ਕੰਮ ਸੀ। ਟੈਰਿਫ ਬੈਰੀਅਰਸ ਵਾਸ ਐਬੋਲਿਸ਼ਡ, ਰਿਡਿਊਸਡ ਕਰੰਸੀਜ਼ ਫਰੋਮ 30 to 2, ਕ੍ਰੀਏਸ਼ਨ ਆਫ ਰੇਲਵੇ ਨੈਟਵਰਕ। ਇਹ ਸਭ ਤੋਂ ਮੇਨ ਜਿਹੜੇ ਇਹਨਾਂ ਨੇ ਰਿਫੋਰਮਸ ਕੀਤੇ ਸੀ ਯੋਲਵੇਰਿਨ ਨੇ। While various changes were occurring in Europe, a new thing happened that again turned Europe towards conservatism। ਤਾਂ ਕੀ ਹੋਇਆ ਰਾਜੇ, ਇਹ ਸਾਰਾ ਕੁਝ ਜਿਹੜਾ ਹੈਗਾ ਯੂਰਪ ਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਆ ਰਹੀਆਂ ਸੀ। ਠੀਕ ਹੈ, ਲੋਕਾਂ ਦੀਆਂ ਡਿਮਾਂਡਸ ਮੰਨੀਆਂ ਜਾ ਰਹੀਆਂ ਸੀ, ਕਾਫੀ ਜ਼ਿਆਦਾ ਅਵੇਅਰਨੈਸ ਲੋਕਾਂ ਦੇ ਵਿੱਚ ਆ ਗਈ ਸੀ। ਤਾਂ ਦੂਸਰੇ ਪਾਸੇ ਕੀ ਹੋ ਗਿਆ, ਇੱਕ ਨਵੀਂ ਗੱਲ ਹੋਰ ਹੋ ਗਈ ਕਿ ਜਿਹੜਾ ਯੂਰਪ ਸੀ ਵਾਪਸ ਕੰਜ਼ਰਵੇਟਿਜ਼ਮ ਦੀ ਵੱਲ ਮੁੜ ਗਿਆ। ਠੀਕ ਹੈ, ਕੰਜ਼ਰਵੇਟਿਜ਼ਮ ਜਿਹੜਾ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਜਿਹੜੇ ਕਿ ਪੁਰਾਣੇ ਜਿਹੜੇ ਯੂਰਪ ਦੇ ਵਿੱਚ ਚੱਲ ਰਹੀਆਂ ਟ੍ਰੈਡੀਸ਼ਨਸ ਵਗੈਰਾ ਨੂੰ ਪ੍ਰੋਟੈਕਟ ਕਰਨ ਵਾਲੇ ਲੋਕ ਸੀ। ਠੀਕ ਹੈ, ਤਾਂ ਵਾਪਸ ਯੂਰਪ ਜਿਹੜਾ ਹੈਗਾ ਉਸੇ ਪਾਸੇ ਨੂੰ ਫਿਰ ਟਰਨ ਕਰ ਗਿਆ। ਦ ਫਾਲ ਆਫ ਨੈਪੋਲੀਅਨ, ਤਾਂ ਇਸ ਚੀਜ਼ ਦੇ ਨਾਲ ਕੀ ਹੋਇਆ, ਕਿਉਂ ਇਹ ਟਰਨ ਕਰ ਗਿਆ, ਕਿਉਂਕਿ ਜਦੋਂ ਰਾਜੇ ਬਹੁਤ ਸਾਰੇ ਲੋਕ ਲੋਕ ਨਹੀਂ ਆਪਾਂ ਕਹਿ ਸਕਦੇ, ਸਮੌਲ ਕਿੰਗਸ ਜਿਹੜੇ ਹੈਗੇ ਸੀ। ਠੀਕ ਹੈ, ਜਦੋਂ ਉਹਨਾਂ ਨੇ ਦੇਖਿਆ ਕਿ ਜਿਹੜੇ ਜੈਕੋਬਿਨ ਕਲੱਬਸ ਵਗੈਰਾ ਬਣੇ, ਹੋਰ ਕਿੰਨੀਆਂ ਸਾਰੀਆਂ ਫੋਰਸਿਸ ਆਈਆਂ, ਤਾਂ ਜਿਹੜੇ ਲੋਕ ਸੀਗੇ ਰੈਵੋਲਿਊਸ਼ਨਰੀਜ਼, ਜਦੋਂ ਉਹਨਾਂ ਨੂੰ ਕਾਫੀ ਸਾਰੀਆਂ
मतलब ਫੈਸਿਲਿਟੀਜ਼ ਮਿਲਣ ਲੱਗ ਪਈਆਂ, ਉਹਨਾਂ ਦੀ ਜਿਹੜੀ ਪਾਵਰ ਸੀ ਕਾਫੀ ਵੱਧ ਗਈ ਸੀ। ਉਸ ਤੋਂ ਬਾਅਦ ਨੈਪੋਲੀਅਨ ਆ ਗਿਆ ਤਾਂ ਲੋਕਾਂ ਨੂੰ ਜਿਹੜੇ ਛੋਟੇ ਮੋਟੇ ਹੋਰ ਰਾਜੇ ਮਹਾਰਾਜੇ ਸੀ ਉਹਨਾਂ ਨੂੰ ਲੱਗਿਆ ਕਿ ਇਸ ਤਰ੍ਹਾਂ ਤਾਂ ਕੋਈ ਵੀ ਆ ਕੇ ਉਹਨਾਂ ਦੇ ਉੱਪਰ ਜਿਹੜਾ ਹੈਗਾ ਆਪਣਾ ਅਧਿਕਾਰ ਕਰ ਸਕਦਾ। ਤਾਂ ਕੁਛ ਜਿਹੜੇ ਲੋਕ ਨੇ ਉਹਨਾਂ ਨੇ ਕੀ ਕੀਤਾ, ਆਪਣੇ ਆਪ ਨੂੰ ਦੁਬਾਰਾ ਤੋਂ ਉਹਨਾਂ ਨੇ ਆਪਣੀ ਪਾਵਰ ਨੂੰ ਰੀਗੇਨ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ, ਤਾਂ ਉਹਨਾਂ ਨੇ ਰਿਅਲਾਈਜ਼ ਹੋ ਗਿਆ ਸੀ ਕਿ ਇਹ ਜਿਹੜੀਆਂ ਚੇਂਜਿਸ ਇੱਦਾਂ ਦੀਆਂ ਹੋ ਰਹੀਆਂ ਇਹ ਸਾਰੇ ਹੀ ਰਾਜਿਆਂ ਦੇ ਲਈ ਬਹੁਤ ਜ਼ਿਆਦਾ ਡੇਂਜਰਸ ਨੇ। ਠੀਕ ਹੈ, ਤਾਂ ਇਸ ਦੇ ਵਿੱਚ ਕੀ ਹੈ ਰਾਜੇ, ਯੂਰਪੀਅਨ ਪਾਵਰ ਜਿਹੜੀਆਂ ਮੇਨਲੀ ਬ੍ਰਿਟੇਨ, ਰਸ਼ੀਆ, ਪ੍ਰੂਸ਼ੀਆ, ਆਸਟਰੀਆ, ਇਹਨਾਂ ਨੇ ਕੋਲੈਕਟਿਵਲੀ ਕੀ ਕੀਤਾ, ਵਾਟਰਲੂ ਦੇ ਵਿੱਚ ਨੈਪੋਲੀਅਨ ਦੇ ਨਾਲ ਲੜਾਈ ਕੀਤੀ ਜਿਹਦੇ ਵਿੱਚ ਨੈਪੋਲੀਅਨ ਹਾਰ ਗਿਆ। ਇਹ ਸਾਰੀਆਂ ਕੰਬਾਈਨਡ ਫੋਰਸਿਸ ਜਿਹੜੀਆਂ ਸੀ ਮੇਨਲੀ ਬ੍ਰਿਟੇਨ ਅਤੇ ਪ੍ਰੂਸ਼ੀਆ ਸੀ, ਬਾਕੀ ਵੀ ਛੋਟੇ ਮੋਟੇ ਸਾਰੇ ਜਿਹੜੇ ਹੈਗੇ ਆ ਆਸਟਰੀਆ ਵਗੈਰਾ ਇਹਨਾਂ ਦੇ ਨਾਲ ਸੀ। ਤਾਂ ਇਹਨਾਂ ਸਾਰਿਆਂ ਨੇ ਨੈਪੋਲੀਅਨ ਨੂੰ ਹਰਾ ਦਿੱਤਾ। ਠੀਕ ਹੈ, ਕੰਜ਼ਰਵੇਟਿਵਸ wanted to strengthen the traditions institution with some modernization। ਹੁਣ ਇਹ ਕੀ ਚਾਹੁੰਦੇ ਸੀ ਕਿ ਜਿਹੜੀਆਂ ਪੁਰਾਣੀਆਂ ਉਹਨਾਂ ਦੀਆਂ ਇੰਸਟੀਟਿਊਸ਼ਨ ਸੀ, ਉਹਨਾਂ ਦੀਆਂ ਪੁਰਾਣੀਆਂ ਟ੍ਰੈਡੀਸ਼ਨ ਸੀ, ਜਿਸ ਤਰ੍ਹਾਂ ਦਾ ਉਹਦਾ ਸਿਸਟਮ ਸੀ ਕਿ ਉਸ ਨੂੰ ਸੰਭਾਲਿਆ ਜਾ ਸਕੇ, ਉਸ ਨੂੰ ਸਟਰੋਂਗ ਬਣਾਇਆ ਜਾ ਸਕੇ। ਨਾਲ ਨਾਲ ਉਹ ਕੁਛ ਨਾ ਕੁਛ ਮਾਡਰਨਾਈਜੇਸ਼ਨ ਉਹਦੇ ਵਿੱਚ ਚਾਹੁੰਦੇ ਸੀ। ਠੀਕ ਹੈ, ਉਹਨਾਂ ਨੇ ਕੀ ਕੀਤਾ, ਆਰਮੀ ਨੂੰ ਮਾਡਰਨਾਈਜ਼ ਕੀਤਾ, ਆਰਮੀ ਦੇ ਵਿੱਚ ਕੁਛ ਰਿਫੋਰਮਸ ਕੀਤੇ। ਠੀਕ ਹੈ, ਐਫੀਸ਼ੀਐਂਟ ਬਿਊਰੋਕ੍ਰੇਸੀ ਨੂੰ ਲੈ ਕੇ ਆਉਂਦਾ ਕਿ ਜਿਹੜਾ ਸਿਸਟਮ ਹੈ ਉਹ ਮਤਲਬ ਢੰਗ ਨਾਲ ਚਲਾਇਆ ਜਾਵੇ। ਜਿਵੇਂ ਪਹਿਲਾਂ ਇੱਕੋ ਬੰਦਾ ਜਿਹੜਾ ਹੈਗਾ ਰਾਜਾ ਜੋ ਕਰਦਾ ਸੀ ਸਾਰਾ ਉਸੇ ਦਾ ਹੁਕਮ ਮੰਨਿਆ ਜਾਂਦਾ ਸੀ। ਹੁਣ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਜੇ ਅਸੀਂ ਸਾਰੇ ਸਿਸਟਮ ਨੂੰ ਢੰਗ ਨਾਲ ਚਲਾਉਣਾ ਹੈ ਤਾਂ ਜਿਹੜੀ ਅਫਸਰਸ਼ਾਹੀ ਹੈ ਉਸ ਨੂੰ ਲੈ ਕੇ ਆਉਣਾ ਪਏਗਾ। ਠੀਕ ਹੈ, ਤਾਂ ਉਹਨਾਂ ਨੇ ਇੱਦਾਂ ਦੀ ਅਫਸਰਸ਼ਾਹੀ ਕੁਛ ਆਫਿਸਰਸ ਵਗੈਰਾ ਨੂੰ ਨਿਯੁਕਤ ਕੀਤਾ ਤਾਂ ਕਿ ਜਿਹੜਾ ਪੂਰੇ ਜਿਵੇਂ ਆਫਿਸਰ ਕੀ ਆ ਕਿ ਮਤਲਬ ਇੱਕ ਕੋਈ ਹਾਈ ਰੈਂਕ ਵਾਲੇ ਆਫਿਸਰ ਹੈ, ਫਿਰ ਉਹਨਾਂ ਦੇ ਨੀਚੇ ਕੰਮ ਕਰਨ ਵਾਲੇ, ਫਿਰ ਉਸ ਤੋਂ ਲੋਅਰ ਲੈਵਲ ਦੇ, ਉਸ ਤੋਂ ਲੋਅਰ ਲੈਵਲ ਦੇ, ਮਤਲਬ ਇਸ ਤਰ੍ਹਾਂ ਉਹਨਾਂ ਨੇ ਬਿਊਰੋਕ੍ਰੇਸੀ ਜਿਹੜੀ ਹੈ ਸਥਾਪਿਤ ਕੀਤੀ। ਅਬੋਲੀਸ਼ਨ ਆਫ ਫਿਊਡਲ ਐਂਡ ਸੈਲਫਡਮ, ਤਾਂ ਉਹਨਾਂ ਨੇ ਫਿਊਡਲ ਸਿਸਟਮ ਨੂੰ ਵੀ ਖਤਮ ਕਰ ਦਿੱਤਾ, ਸੈਲਫਡਮ ਨੂੰ ਵੀ ਖਤਮ ਕਰ ਦਿੱਤਾ। ਇਹ ਨਵੀਆਂ ਉਹਨਾਂ ਨੇ ਚੇਂਜਿਸ ਲੈ ਕੇ ਆਉਂਦੀਆਂ, ਇਹ ਕੁਛ ਰਿਫੋਰਮਸ ਕੀਤੇ ਉਹਨਾਂ ਨੇ ਤਾਂ ਕਿ ਕਿਉਂਕਿ ਉਹਨਾਂ ਨੂੰ ਰਿਅਲਾਈਜ਼ ਹੋ ਗਿਆ ਸੀ, ਕਾਫੀ ਕੁਛ ਉਹਨਾਂ ਨੇ ਸਿੱਖਿਆ ਰੈਵੋਲੂਸ਼ਨਰੀਜ਼ ਤੋਂ, ਹੋਰ ਜਿਹੜਾ ਇੰਨਾ ਕੁਛ ਯੂਰਪ ਦੇ ਵਿੱਚ ਚੇਂਜ ਹੋਇਆ ਸੀ ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਉਹਨੇ ਕੁਛ ਨਾ ਕੁਛ ਲੈਸਨ ਜ਼ਰੂਰ ਸਿੱਖਿਆ ਸੀ। ਅੱਗੇ ਹੈਗਾ ਟ੍ਰੀਟੀ ਆਫ ਵਿਆਨਾ 1815। ਤਾਂ ਇਹ ਜਿਹੜੇ ਕੰਜ਼ਰਵੇਟਿਵ ਰਜੀਮਸ ਸੈਟਅਪ ਕੀਤੇ ਗਏ 1815 ਦੇ ਵਿੱਚ, ਇਹ ਸਾਰੇ ਕੀ ਸੀ, ਆਟੋਕ੍ਰੈਟਿਕ ਸੀ। ਠੀਕ ਹੈ, ਇਹਨਾਂ ਸਾਰਿਆਂ ਨੇ ਬੱਚੇ ਮਿਲ ਕੇ ਫਿਰ ਟ੍ਰੀਟੀ ਆਫ ਵਿਆਨਾ ਇਸ ਟ੍ਰੀਟੀ ਨੂੰ ਸਾਈਨ ਕੀਤਾ ਜਿਹਦੇ ਵਿੱਚ ਕੀ ਸੀਗਾ ਕਿ ਇਹ ਚਾਹੁੰਦੇ ਸੀ ਇਹ ਜਿਹੜੇ ਵੀ ਰਿਫੋਰਮਸ ਇਹਨਾਂ ਨੇ ਕੀਤੇ ਹੋਏ ਸੀ ਇਹ ਸਾਰੇ ਰਿਫੋਰਮਸ ਨੂੰ ਲਾਗੂ ਕੀਤਾ ਜਾਵੇ ਅਤੇ ਇਹ ਸਾਰੇ ਜਿਹੜੇ ਹੈ ਮਿਲ ਕੇ ਕੰਮ ਕਰਨ ਵਾਲੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਆਟੋਕ੍ਰੈਟਿਕਸ ਬਣ ਸਕਣ। ਠੀਕ ਹੈ, ਤਾਂ ਇਸ ਦੇ ਵਿੱਚ ਕੀ ਸੀ, ਵਿਆਨਾ ਟ੍ਰੀਟੀ ਦੇ ਵਿੱਚ ਇਸ ਦਾ ਇੱਕ ਆਬਜੈਕਟ ਜਿਹੜਾ ਸੀ ਅਨਡੂਇੰਗ ਮੋਸਟ ਆਫ ਦਾ ਚੇਂਜਿਸ ਦੈਟ ਹੈਡ ਕਮ ਅਬਾਊਟ ਇਨ ਯੂਰਪ ਡਿਊਰਿੰਗ ਦ ਨੈਪੋਲੀਅਨਿਕ ਵਾਰਸ। ਠੀਕ ਹੈ, ਦ ਬਰਬਨ ਡਾਇਨੈਸਟੀ which had been deposited during the French Revolution was restored to power and France lost the territories it had annexed under Napoleon. A series of states were set up on the boundaries of France to prevent French expansion in future. ਤਾਂ ਇਹ ਸਾਰਾ ਸਿਸਟਮ ਇਹਨਾਂ ਨੇ ਬਣਾਇਆ ਟ੍ਰੀਟੀ ਆਫ ਵਿਆਨਾ ਦੇ ਅਕੋਰਡਿੰਗਲੀ ਕਿ ਜਿਹੜਾ ਫਰੈਂਚ ਹੈਗਾ ਉਹ ਅੱਗੇ ਤੋਂ ਆਪਣੀਆਂ ਬਾਉਂਡਰੀਜ਼ ਨੂੰ ਹੋਰ ਜ਼ਿਆਦਾ ਇਨਕਰੀਜ਼ ਨਹੀਂ ਕਰੇਗਾ ਜਿਵੇਂ ਨੈਪੋਲੀਅਨ ਦੇ ਅੰਡਰ ਕੰਟਰੋਲ ਦੇ ਵਿੱਚ ਹੋਇਆ ਸੀ। ਠੀਕ ਹੈ, ਕੁਝ ਬਹੁਤ ਸਾਰੇ ਜਿਹੜੇ ਅਨਵਾਂਟਡ ਚੇਂਜਸ ਨੈਪੋਲੀਅਨ ਨੇ ਕੀਤੇ ਸੀ ਉਹਨਾਂ ਨੂੰ ਅਬੋਲਿਸ਼ ਕੀਤਾ ਜਾਵੇ। ਠੀਕ ਹੈ, ਤਾਂ ਜਿਹੜੀ ਬਰਬਨ ਡਾਇਨੈਸਟੀ ਸੀ ਉਸ ਨੂੰ ਦੁਬਾਰਾ ਤੋਂ ਪਾਵਰ ਦੇ ਵਿੱਚ ਲਿਆਂਦਾ ਜਾਵੇ। ਇਹ ਸਾਰਾ ਕੁਝ ਇਹਨਾਂ ਨੇ ਟ੍ਰੀਟੀ ਆਫ ਵਿਆਨਾ ਦੇ ਅੰਡਰ ਸਾਈਨ ਕੀਤਾ। ਠੀਕ ਹੈ, Prussia was given important new territories on its own western frontier while Austria was given control of northern Italy। ਠੀਕ ਹੈ, ਇਸ ਤਰ੍ਹਾਂ ਮਤਲਬ ਇੱਦਾਂ ਦੀਆਂ ਕਾਫੀ ਸਾਰੀਆਂ ਚੇਂਜਿਸ ਇਹਨਾਂ ਨੇ ਲਿਆਂਦੀਆਂ। ਠੀਕ ਹੈ, ਤਾਂ ਇਹ ਸਾਰੇ ਕੀ ਸੀਗੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਕ੍ਰਿਟਿਸਿਜ਼ਮ ਹੈ ਉਸ ਨੂੰ ਟੋਲਰੇਟ ਨਹੀਂ ਕਰਦੇ ਸੀ। ਠੀਕ ਹੈ, ਇਹਨਾਂ ਸਾਰਿਆਂ ਨੇ ਜਿਹੜੀਆਂ ਹੋਰ ਕਈ ਇੱਦਾਂ ਦੀਆਂ ਐਕਟੀਵਿਟੀ ਸੀ ਜਿਹੜੀਆਂ ਕੁਐਸਚਨਸ ਵਾਲੀਆਂ ਸੀ, ਲੈਜੀਟੀਮਿਟੀ ਸੀ ਆਫ ਆਟੋਕ੍ਰੈਟਿਕ ਗਵਰਨਮੈਂਟ ਸੀ, ਇਹਨਾਂ ਸਾਰੀਆਂ ਦੇ ਉੱਪਰ ਇਹਨਾਂ ਨੂੰ ਕਰਵ ਕੀਤਾ, ਉਹਨਾਂ ਦੇ ਉੱਪਰ ਮਤਲਬ ਬੰਦਿਸ਼ਾਂ ਲਗਾ ਦਿੱਤੀਆਂ। ਠੀਕ ਹੈ, ਜਿਹੜੀਆਂ ਇਹਨਾਂ ਨੂੰ ਲੱਗਦਾ ਸੀ ਕਿ ਕੋਈ ਵੀ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਹੋ ਰਹੀਆਂ ਜਿਹੜੀਆਂ ਲੋਕਾਂ ਦੇ ਫਾਇਦੇ ਲਈ ਨਹੀਂ ਹੈਗੀਆਂ ਤਾਂ ਉਹਨਾਂ ਸਾਰੀਆਂ ਨੂੰ ਇਹਨਾਂ ਨੇ ਕਰਵ ਕਰ ਦਿੱਤਾ। ਠੀਕ ਹੈ, ਮੋਸਟ ਆਫ ਦੈਮ ਇੰਪੋਜ਼ਡ ਸੈਂਸਰਸ਼ਿਪ laws to control what was said in newspapers, books, plays, songs reflected the ideas of liberty and freedom।
ठीक है। इन्हां सारियां चीज़ों के उपर उन्होंने राजे सेंसरशिप लगा दी, ठीक है। जिहड़े कि इस तरह का कोई भी आइडिया लैके आउंदे सी लिबर्टी वगैरह का, फ्रीडम का, इन्हां दे उपर उन्होंने सेंसरशिप फिर तो लै आउंदी, ठीक है। तो इस तरह काफ़ी हद तक जिहड़ी लोकां दी लिबर्टी सी उस दे उपर फिर तो बंदिशां लगणियां शुरू हो गईयां। आउटकम्स ऑफ ट्रीटी ऑफ वियना, ये उसके आउटकम्स है जिहड़े आपां ऑलरेडी डिस्कस कर चुके हैं। बर्बन डायनेस्टी वॉज रिस्टोर्ड, सीरीज ऑफ स्टेट्स वर फॉर्म्ड ऑन द बाउंड्रीज ऑफ फ्रांस, ठीक है। Genoa was added to Piedmont in the south. Kingdom of Netherlands included Belgium in the north was formed. Prussia was given new territories, ठीक है। वैसटर्न फ्रंटियर ते इन्हों नवीं टैरीटरीज दे दित्तियां गईयां सी। जर्मनी एंड कॉन्फेडरेशन ऑफ 39 स्टेट्स वॉज लैफ्ट अनटचड, लेकिन ये जिहड़ा हैगा सी जर्मनी ते बाकी जिहड़ियां 39 स्टेट सी वो बिल्कुल ही इस चीज़ तो अनटच रह गई सी, ठीक है। उन्हां नाल इन्हां ने कोई छेड़छाड़ नहीं की सी। प्रूशिया वॉज गिवन अ पार्ट ऑफ पोलैंड, रशिया वॉज गिवन अ पार्ट ऑफ पोलैंड, प्रूशिया वॉज गिवन सैक्सोनी, ठीक है। ये कुछ इलाके जिहड़े अलग अलग इन्हां कंट्रीज़ नूं दे दिते गए। कंजरवेटिव रेजीम्स, ऑटोक्रेटिक सी ये, सेंसरशिप लॉज ऑन न्यूज़पेपर मैगजीन्स इन्हें सेंसरशिप लगा दी। कवर्ड रेवोल्यूशनरी एक्टिविटीज़, कोई भी रेवोल्यूशनरी एक्टिविटीज़ जिहड़े उन्होंने पूरी तरह बंदिशां लगा दित्तियां गईयां सी, ठीक है। रेवोल्यूशनरीज राजे हुण फिर की करते हैं। आफ्टर 1815 द रेवोल्यूशनरी स्टार्टेड फॉर्मिंग सीक्रेट सोसाइटीज़ टू स्प्रैड द आइडिया ऑफ लिबर्टी एंड नैशनलिज्म। लेकिन दूसरे पासे राजे रेवोल्यूशनरीज भी चुप करके बैठने वाले नहीं सी, तो उन्होंने की किया, अपनियां सीक्रेट सोसाइटीज़ बनानियां शुरू कर दित्तियां। इन्हां दे विच एक परसन है जिसका नाम बहुत फेमस है, जूजेपे मैजीनी, ठीक है। ये 1807 दे विच बॉर्न होया सी, जन्म होया सी इसदा। ये भी एक सीक्रेट सोसाइटी जिहड़ी है कार्बोनरी उसका मैंबर सी, ठीक है। 1831 दे विच उसनूं राजे मतलब अपने देश के विचों देश निकाला दे दिता गया सी, क्योंकि ये रेवोल्यूशनरीज एक्टिविटी के नाल जुड़िया होया सी, ठीक है। ये लेगूरिया दे विच इसने जाके अपनी सीक्रेट सोसाइटी जिहड़ी है उसके थ्रू उत्थे जाके नैशनलिज्म का मतलब आइडिया स्प्रैड करने की कोशिश की, ठीक है। फाउंडेड यंग इटली इन मर्सेल्स एंड यंग यूरोप इन बैन। एम वॉज टू यूनीफाई इटली, इसका जिहड़ा मतलब एम सी वो की सी कि इटली का एकीकरण किया जाए, ठीक है। उत्थे जिहड़ा हैगा मतलब नैशनलिज्म का आइडिया स्प्रैड किया जाए, ठीक है। तो इस दे नाल की सी जिवें पोलैंड, फ्रांस, इटली, जर्मनी, ये सारे जिहड़ी मतलब कंट्री सी, तो उन्हां सारिਆਂ ने अपने आप में एकीकरण करने की कोशिश की, ठीक है। फॉलोइंग हिम सीक्रेट सोसाइटीज़ वर फॉर्मड इन जर्मनी, फ्रांस, स्विट्जरलैंड, पोलैंड। इत्थे भी जिहड़ियां सीक्रेट सोसाइटीज़ बनाईयां गईयां, काफ़ी सारे लोगों ने इसनूं फॉलो किया, ठीक है। मैजनी नॉन स्टॉप अपोजिशन टूवर्ड्स मोनार्की एंड हिज विजन ऑफ डेमोक्रेटिक रिपब्लिक वर द रीजनस फॉर फियर अमंग कंजरवेटिव्स, ठीक है। तो इस दियां जिहड़ियां एक्टिविटीज़ सी मैजनी दे करके जिहड़े कंजरवेटिव लोग सी वो हुण इस चीज़ तो डरन लग पे सी। उन्होंने वापस ये डर हो गया सी कि लोग जिहड़े काफ़ी अवेयर हो रहे है, तो उन्होंने लगता सी कि उन्होंने जिहड़ा मोनार्कीकल सिस्टम है हुण वो डामाडोल हो रहा सी। उन्होंने पता सी कि डेमोक्रेटिक रिपब्लिक जिहड़ी है किते वो दोबारा स्थापित ना मतलब ना स्थापित हो जाए, ठीक है। मैजनी दी जिहड़े कोशिशां सी उस दे करके लोग जिहड़े अवेयर हो रहे सी, तो इस चीज़ का इन्हां नूं डर हो रहा सी, ठीक है। बाकी आपां अगली वीडियो दे विच करदे हां बेटा।